ਆਦਿ ਕਾਲ ਤੋਂ ਇੱਕ ਵਿਚਾਰ ਜਿਹੜੀ ਹੈ ਉਹ ਬਣੀ ਆਈ ਕਿ ਜੇ ਪਰਮਾਤਮਾ ਦੇ ਨਾਲ ਜੁੜਨਾ ਹੈ, ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਣਾ ਹੈ, ਤੇ ਸੰਸਾਰਿਕ ਪਦਾਰਥ ਜਿਹੜੇ ਨੇ ਉਹਨਾਂ ਨੂੰ ਤਿਆਗਣਾ ਪਵੇਗਾ, ਉਹਨਾਂ ਤੋਂ ਰਹਿਤ ਹੋਣਾ ਪਵੇਗਾ। ਫਿਰ ਜਾ ਕੇ ਜਿਹੜਾ ਧਿਆਨ ਹੈ, ਜੋ ਸੁਰਤ ਹੈ, ਉਹ ਪ੍ਰਮਾਤਮਾ ਦੇ ਵਿੱਚ ਜੁੜਦੀ ਹੈ। ਔਰ ਐਸਾ ਹੋਇਆ ਵੀ ਕਿ ਫਿਰ ਜਿਨ੍ਹਾਂ ਨੂੰ ਮੌਤ ਤੋਂ ਬਹੁਤ ਜ਼ਿਆਦਾ ਡਰ ਆਉਂਦਾ ਸੀ, ਕਿਉਂਕਿ ਮੌਤ ਦੀ ਵੀ ਐਸੀ ਤਸਵੀਰ ਖਿੱਚੀ ਗਈ, ਸਵਰਗ ਨਰਕ ਦਾ ਐਸਾ ਨਕਸ਼ਾ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਵੀ ਜਿਹਨੂੰ ਦੱਸਿਆ ਜਾਂਦਾ ਉਹਦੀ ਰੂਹ ਕੰਬ ਜਾਂਦੀ। ਸਵਰਗ ਦਾ ਐਸਾ ਨਕਸ਼ਾ ਜਿਹਨੂੰ ਦੱਸਿਆ ਜਾਂਦਾ ਉਹ ਚਾਹੁੰਦਾ ਵੀ ਹੁਣੇ ਹੀ ਮੈਨੂੰ ਸਵਰਗ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇ। ਸਤਿਗੁਰੂ ਆਖਦੇ ਨੇ ਕਿ ਇਸ ਚਾਹ ਦੇ ਅੰਦਰ ਕਿ ਸਵਰਗ ਦੀ ਪ੍ਰਾਪਤੀ ਹੋਵੇ, ਔਰ ਇਸ ਗੱਲ ਤੋਂ ਡਰਦਿਆਂ ਹੋਇਆਂ ਕਿ ਕਿਤੇ ਨਰਕ ਦੇ ਵਿੱਚ ਨਾ ਜਾਣਾ ਪਵੇ, ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਜੀਵਾਂ ਨੇ ਜਦੋਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਆਪਣੇ ਘਰ-ਬਾਰ ਜਿਹੜੇ ਹਨ ਉਹਨਾਂ ਨੂੰ ਤਿਆਗਿਆ, ਔਰ ਇੱਥੋਂ ਤੱਕ ਕਿ ਆਪਣੇ ਘਰ-ਬਾਰ ਜਿਹੜੇ ਨੇ ਉਹ ਦਾਨ ਕਰਕੇ ਬ੍ਰਾਹਮਣ ਦੀ ਝੋਲੀ ਦੇ ਵਿੱਚ ਪਾ ਕੇ ਆਪਣੀ ਮਾਇਆ, ਇੱਥੋਂ ਤੱਕ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਸਹਿਜਾ ਨਾਰੀ ਭੂਮ ਦਾਨ, ਭਾਵ ਕਿ ਆਪਣੇ ਘਰ ਦੀ ਜਿਹੜੀ ਇਸਤਰੀ ਹੈ ਉਸ ਨੂੰ ਵੀ ਦਾਨ ਕੀਤਾ, ਆਪਣੀ ਭੂਮੀ, ਆਪਣੀ ਖੇਤੀਬਾੜੀ, ਆਪਣਾ ਘਰ-ਬਾਰ ਜਿਹੜਾ ਹੈ ਉਹ ਵੀ ਕਿਸੇ ਨੂੰ ਭੇਟ ਕਰਕੇ, ਤੇ ਆਪ ਜਾ ਕੇ ਕਿਸੇ ਤੀਰਥ ਦੇ ਉੱਪਰ, ਕਿਸੇ ਧਾਰਮਿਕ ਅਸਥਾਨ ਦੇ ਉੱਪਰ ਬੈਠ ਗਿਆ ਕਿ ਹੁਣ ਮੈਂ ਪਰਮਾਤਮਾ ਦੀ ਭਗਤੀ ਕਰਨੀ ਹੈ, ਔਰ ਮਾਇਆ ਤੋਂ ਮੈਂ ਬਿਲਕੁਲ ਨਿਰਲੇਪ ਹੋ ਕੇ ਆਇਆ ਹਾਂ। ਸਤਿਗੁਰੂ ਆਖਦੇ ਨੇ ਐਸੇ ਲੋਕਾਂ ਦੀ ਹਾਲਤ ਇਹ ਬਣੀ, ਜਿਵੇਂ ਉਹ ਇੱਕ ਕਹਾਵਤ ਆਖੀ ਜਾਂਦੀ ਹੈ, ਭਾਵੇਂ ਕਿ ਅਸੀਂ ਉਹਨੂੰ ਗਲਤ ਹੀ ਬੋਲਦੇ ਹਾਂ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਅਸਲ ਵਿੱਚ ਸ਼ਬਦ ਹੈ ਧੋਬੀ ਦਾ ਕੱਤਾ ਨਾ ਘਰ ਦਾ ਨਾ ਘਾਟ ਦਾ। ਉਹੀ ਹਾਲਤ ਬਣ ਗਈ ਵੀ ਉਹ ਇਨਸਾਨ ਹੁਣ ਨਾ ਪਰਮਾਤਮਾ ਵਾਲੇ ਪਾਸੇ ਦਾ ਰਿਹਾ ਤੇ ਨਾ ਹੁਣ ਉਹ ਘਰ ਜੋਗਾ ਰਹਿ ਗਿਆ। ਇੱਥੋਂ ਤੱਕ ਅਸੀਂ ਇਤਿਹਾਸ ਦੇ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਮਹਾਂਵੀਰ ਵਰਗੇ ਜਿਹੜੇ ਘਰ-ਬਾਰ ਤਿਆਗ ਕੇ ਨਿਕਲੇ ਸਨ, ਉਹ ਚੋਰੀ ਛੁਪੇ ਆਪਣੇ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕਰਦੇ ਨੇ, ਕਿਉਂਕਿ ਮਨ ਜਿਹੜਾ ਹੈ ਉਹ ਖਿੱਚ ਪਾਉਂਦਾ ਹੈ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਗੁਰਮਤਿ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ, ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦ੍ਰਿੜਾਇਆ ਕਿ ਭਾਈ, ਜੇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ ਤੇ ਉਸ ਦੇ ਵਾਸਤੇ ਸਭ ਤੋਂ ਸੁਖਾਵਾਂ ਰਸਤਾ ਹੈ ਗ੍ਰਸਤ ਜੀਵਨ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਕਿਉਂਕਿ ਸਾਡੇ ਘਰ ਦੀ, ਸਾਡੀ ਪੀੜ੍ਹੀ ਦੀ ਜਿਹੜੀ ਸ਼ੁਰੂਆਤ ਹੈ ਉਹ ਗੁਰੂ ਨਾਨਕ ਦੇਵ ਜੀ ਹੈ, ਅਸੀਂ ਗੱਲ ਉੱਥੋਂ ਹੀ ਸ਼ੁਰੂ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪ ਗ੍ਰਸਤ ਧਾਰਨ ਕੀਤਾ, ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ, ਔਰ ਇੱਕ ਉਦਾਹਰਨ ਸਾਡੇ ਸਾਹਮਣੇ ਪੇਸ਼ ਕੀਤੀ ਵੀ ਜ਼ਰੂਰੀ ਨਹੀਂ ਹੈ ਕਿ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ, ਕੰਮਾਂ ਕਾਜਾਂ ਨੂੰ ਤਿਆਗ ਕੇ, ਤੇ ਜਿਹੜਾ ਸਮਾਜ ਹੈ ਉਸ ਤੋਂ ਬੇਮੁਖ ਹੋ ਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਸਤਿਗੁਰੂ ਆਖਦੇ ਨੇ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਵੀ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਇਸ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ। ਇਤਿਹਾਸ ਤੁਸੀਂ ਸਾਰੇ ਜਾਣਦੇ ਹੋ, 35 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੇ ਉਦਾਸੀਆਂ ਸ਼ੁਰੂ ਕੀਤੀਆਂ, ਪ੍ਰਚਾਰਕ ਫੇਰੀਆਂ ਸ਼ੁਰੂ ਕੀਤੀਆਂ, ਔਰ ਫਿਰ ਜਦੋਂ ਵਾਪਸ ਆਏ ਤੇ ਭਾਈ ਗੁਰਦਾਸ ਜੀ ਆਖਦੇ ਨੇ, ਪਹਿਰ ਸੰਸਾਰੀ ਕੱਪੜੇ, ਭੇਖ ਉਦਾਸੀ ਸਗਲ ਉਤਾਰਾ। ਉਹ ਜਿਹੜਾ ਲਿਬਾਸ ਪਾਇਆ ਸੀ ਪ੍ਰਚਾਰਕ ਫੇਰੀਆਂ ਦੇ ਵਾਸਤੇ, ਉਹ ਉਤਾਰ ਕੇ ਤੇ ਉਹਨਾਂ ਨੇ ਆ ਕੇ ਫਿਰ ਉਹ ਸੰਸਾਰੀ ਕੱਪੜੇ ਜਿਹੜੇ ਸਮਾਜ ਦੇ ਵਿੱਚ ਉਸ ਵੇਲੇ ਪ੍ਰਚਲਿਤ ਕੱਪੜੇ ਸਨ ਉਹ ਪਾ ਲਏ। ਇਹਦਾ ਭਾਵ ਕੀ ਹੈ
ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਨਾ ਸਮਾਜ ਦੇ ਨਾਲੋਂ ਕਦੇ ਤੋੜਿਆ ਸੀ, ਨਾ ਉਹਨਾਂ ਨੇ ਟੁੱਟਣ ਦਾ ਕੋਈ ਉਪਦੇਸ਼ ਦਿੱਤਾ, ਸਗੋਂ ਇਹ ਗੱਲ ਸਮਝਾਈ ਕਿ ਭਾਈ ਇਹ ਵਿਸ਼ ਸੰਸਾਰ ਤੁਮ ਦੇਖਦੇ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬਚਨ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆ ਜਿਹੜਾ ਤੁਸੀਂ ਸੰਸਾਰ ਵੇਖਦੇ ਹੋ ਨਾ, ਵਿਸ਼ਵ, ਪੂਰੀ ਦੀ ਪੂਰੀ ਇਹ ਦੁਨੀਆ, ਸਤਿਗੁਰੂ ਆਖਦੇ ਨੇ ਇਹ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੈ। ਇਹ ਜਿਹੜੀਆਂ ਅੱਖਾਂ ਜਾਨਵਰਾਂ ਦੇ ਲੱਗੀਆਂ ਹੋਈਆਂ ਨੇ, ਮਨੁੱਖਾਂ ਦੇ ਲੱਗੀਆਂ ਹੋਈਆਂ ਨੇ, ਸਤਿਗੁਰੂ ਆਖਦੇ ਨੇ ਇਹ ਜਿਹੜੀਆਂ ਅੱਖਾਂ ਨੇ ਇਹ ਕਿਸੇ ਹੋਰ ਦੀਆਂ ਨਹੀਂ। ਇਹਨਾਂ ਅੱਖਾਂ ਦੇ ਵਿੱਚੋਂ ਹੀ ਪ੍ਰਮਾਤਮਾ ਸਾਨੂੰ ਵੇਖਦਾ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਇਹ ਜਿਹੜੀਆਂ ਵੀ ਅੱਖਾਂ ਦਿਖਾਈ ਦੇ ਰਹੀਆਂ ਨੇ, ਇਹ ਕਿਸ ਦੀਆਂ ਅੱਖਾਂ ਨੇ? ਪ੍ਰਮਾਤਮਾ ਦੀਆਂ। ਹਜ਼ਾਰਾਂ ਹੀ ਕਰੋੜਾਂ ਉਸ ਦੀਆਂ ਅੱਖਾਂ ਹਨ। ਜਿੰਨੇ ਵੀ ਜੀਵ ਹਨ, ਜਿੰਨੀਆਂ ਉਹਨਾਂ ਦੀਆਂ ਅੱਖਾਂ ਨੇ, ਇਹ ਸਾਰੀਆਂ ਪ੍ਰਮਾਤਮਾ ਦੀਆਂ ਹੀ ਅੱਖਾਂ ਨੇ। ਨਿਰਗੁਣ ਸਰੂਪ ਦੇ ਅੰਦਰ ਉਸ ਦੀ ਕੋਈ ਵੀ ਅੱਖ ਨਹੀਂ ਹੈ। ਸਤਿਗੁਰੂ ਆਖਦੇ ਨੇ ਉਸ ਦੀਆਂ ਲੱਖਾਂ ਮੂਰਤਾਂ ਹਨ, ਕਰੋੜਾਂ ਦੀ ਗਿਣਤੀ ਵਿੱਚ ਉਸ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ ਜੀਵਾਂ ਦਾ ਰੂਪ ਧਾਰ ਕੇ, ਲੇਕਿਨ ਨਿਰਗੁਣ ਸਰੂਪ ਦੇ ਅੰਦਰ ਉਸ ਦੀ ਕੋਈ ਵੀ ਮੂਰਤ ਨਹੀਂ ਹੈ। ਇਹਦਾ ਭਾਵ ਕੀ ਸੀ? ਕਿ ਪਰਮਾਤਮਾ ਜਿਹੜਾ ਹੈ ਉਹ ਜੀਵਾਂ ਦੇ ਵਿੱਚ ਹੀ ਸਮਾਇਆ ਹੋਇਆ ਹੈ, ਸੰਸਾਰ ਦੇ ਵਿੱਚ ਹੀ ਵਸਿਆ ਹੋਇਆ ਹੈ, ਉਹ ਇਸ ਤੋਂ ਅਲੱਗ ਨਹੀਂ ਹੈ। ਇਸ ਲਈ ਸਤਿਗੁਰੂ ਨੇ ਆਖਿਆ ਕਿਸੇ ਚੀਜ਼ ਨੂੰ ਛੱਡ ਕੇ ਦੌੜਨ ਦੀ ਜ਼ਰੂਰਤ ਨਹੀਂ ਹੈ। ਤੂੰ ਉਸ ਸਮਾਜ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨ ਕਰ ਜੋ ਪਰਮਾਤਮਾ ਨੇ ਤੈਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਸਾਡੀ ਸੋਚ ਨੂੰ ਮੋੜਿਆ, ਇੱਕ ਨਵੀਂ ਦਿਸ਼ਾ ਦਿੱਤੀ। ਸਤਿਗੁਰੂ ਆਖਦੇ ਨੇ ਕਿਸੇ ਵੀ ਦਾਤ ਨੂੰ ਛੱਡ ਕੇ ਦੌੜਨ ਦੀ ਲੋੜ ਨਹੀਂ ਹੈ। ਉਸ ਦਾਤ ਦੇ ਵਿੱਚੋਂ ਉਸ ਦਤਾਰ ਦੇ ਦਰਸ਼ਨ ਕਰਨੇ ਸ਼ੁਰੂ ਕਰ ਦੇ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਰੋਜ਼ ਹੀ ਪੜ੍ਹਦੇ ਹਾਂ। ਸਤਿਗੁਰੂ ਕੀ ਆਖਦੇ ਨੇ? ਜਿਹੜੇ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਇਹ ਸੋਹਣਾ ਘਰ ਦਿੱਤਾ, ਸੋਹਣੇ ਘਰ ਦੇ ਵਿੱਚ ਤੂੰ ਵਸਦਾ ਹੈ, ਕਹਿੰਦੇ ਬਸ ਇੱਕੋ ਹੀ ਗੱਲ ਹੈ ਵੀ ਇਸ ਸੋਹਣੇ ਘਰ ਨੂੰ ਵੇਖ ਕੇ ਤੂੰ ਇਹਦਾ ਸ਼ੁਕਰਾਨਾ ਕਰ ਵੀ ਤੂੰ ਮੈਨੂੰ ਇਹ ਦਾਤ ਦਿੱਤੀ ਹੈ। ਜਿਹੇ ਪ੍ਰਸਾਦ, ਵੇਖੋ ਨਾ ਕਈ ਵਾਰ ਹੋਵੇਗਾ ਵੀ ਮੇਰੇ ਕੋਲ ਘਰ ਨਹੀਂ ਹੈ। ਸਤਿਗੁਰੂ ਆਖਦੇ ਨੇ ਇੱਕ ਸੁੰਦਰ ਮੁਖ। ਸੁੰਦਰ ਮੁਖ ਦਾ ਭਾਵ ਇਹ ਨਹੀਂ ਹੁੰਦਾ ਵੀ ਬੜੇ ਚੰਗੇ ਨੈਣ ਨਕਸ਼ ਹੋਣ, ਬੜਾ ਗੋਰਾ ਨਾ। ਸੁੰਦਰ ਦਾ ਭਾਵ ਹੈ ਸਵਸਥ ਸਰੀਰ ਤੈਨੂੰ ਦਿੱਤਾ ਹੈ, ਦੋ ਬਾਹਾਂ, ਦੋ ਪੈਰ, ਇੱਕ ਅਰੋਗ ਦੇਹੀ ਤੈਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਆਖਦੇ ਨੇ ਬਸ ਇਸ ਨੂੰ ਵੇਖ ਔਰ ਸ਼ੁਕਰਾਨਾ ਕਰ। ਜਿਹੇ ਪ੍ਰਸਾਦ, ਤੇਰਾ ਸੁੰਦਰ ਰੂਪ, ਸਤਿਗੁਰੂ ਆਖਦੇ ਨੇ ਵੇਖ ਤੈਨੂੰ ਇੰਨੀ ਸੋਹਣੀ ਦੇਹੀ ਬਖਸ਼ਿਸ਼ ਕੀਤੀ ਪ੍ਰਮਾਤਮਾ ਨੇ, ਇਨਸਾਨੀ ਜਾਮਾ ਬਖਸ਼ਿਸ਼ ਕੀਤਾ। ਇਹਨੂੰ ਵੇਖ ਕੇ ਉਸ ਦਾ ਧੰਨਵਾਦ ਕਰ। ਜਦੋਂ ਤੂੰ ਇਸ ਸਰੀਰ ਨੂੰ ਵੇਖੇਂ ਤੇ ਤੈਨੂੰ ਪ੍ਰਮਾਤਮਾ ਦੀ ਯਾਦ ਆਵੇ। ਵੇਖੋ ਨਾ ਕਿੰਨਾ ਪਿਆਰਾ ਉਪਦੇਸ਼ ਹੈ। ਜਿਹੜੀ ਵੀ ਵਸਤੂ ਤੇਰੇ ਘਰ ਦੇ ਵਿੱਚ ਹੈ, ਜੋ ਵੀ ਤੂੰ ਵੇਖਦਾ ਹੈ, ਜਦੋਂ ਤੂੰ ਪ੍ਰਸ਼ਾਦਾ ਛਕਦਾ ਤੇ ਉਹਦਾ ਸ਼ੁਕਰਾਨਾ ਕਰ ਵੀ ਆ ਤੇਰੀ ਥਾਲੀ ਦੇ ਵਿੱਚ ਉਸ ਨੇ ਰਿਜ਼ਕ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ। ਅੰਗ ਸੰਗ ਤੇਰੇ ਉਹ ਤੈਨੂੰ ਮਹਿਸੂਸ ਹੋਵੇ ਕਿ ਉਹ ਤੇਰੇ ਅੰਗ ਸੰਗ ਪਸਰਿਆ ਹੋਇਆ ਹੈ, ਉਹ ਤੇਰੇ ਤੋਂ ਅਲੱਗ ਨਹੀਂ ਹੈ। ਸਤਿਗੁਰੂ ਆਖਦੇ ਨੇ ਜੇ ਤਾਂ ਇਸ ਤਰ੍ਹਾਂ ਦੀ ਸੋਚ ਬਣ ਗਈ ਹੈ ਤੇ ਫਿਰ ਕੋਈ ਵੀ ਚੀਜ਼, ਕੋਈ ਵੀ ਦਾਤ ਜਿਹੜੀ ਹੈ ਉਹਨੂੰ ਛੱਡ ਕੇ ਦੌੜਨ ਦੀ ਲੋੜ ਨਹੀਂ ਹੈ। ਜੇ ਪਿਆਰ ਕੇਵਲ ਦਾਤਾਂ ਦੇ ਨਾਲ ਹੋ ਜਾਵੇ ਤੇ ਪ੍ਰਮਾਤਮਾ ਜਿਸ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ, ਜਿਵੇਂ ਅੱਜ ਕੱਲ੍ਹ ਹੁੰਦਾ ਸਾਡੀ ਹਾਲਤ ਵੈਸੀ ਹੈ, ਦਾਤ ਪਿਆਰੀ ਵਿਸਰਿਆ ਦਤਾਰਾ। ਦਾਤ ਜਿਹੜੀ ਹੈ ਉਹ ਪਿਆਰੀ ਹੋ ਗਈ ਤੇ ਦਤਾਰ ਜਿਹੜਾ ਹੈ ਉਹ ਵਿਸਰ ਗਿਆ। ਫਿਰ ਉਸ ਵੇਲੇ ਜੀਵਨ ਦੇ ਵਿੱਚ ਗਿਰਾਵਟ ਆਉਂਦੀ ਹੈ। ਜਦੋਂ ਐਸੀ ਗਿਰਾਵਟ ਆਉਂਦੀ ਹੈ ਨਾ, ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸ਼ਲੋਕ ਇਹ ਜਿਹੜਾ ਗੁਰੂ ਸਾਹਿਬ ਜੀ ਨੇ ਹੁਕਮ ਸਾਨੂੰ ਬਖਸ਼ਿਸ਼ ਕੀਤਾ, ਜੈਤਸਰੀ ਕੀ ਵਾਰ ਦੇ ਵਿੱਚੋਂ ਸਤਿਗੁਰੂ ਕੀ ਆਖਦੇ ਨੇ, ਬਸੰਤ ਸਵਰਗ ਲੋਕਾ। ਲੋਕਾ ਨਹੀਂ ਪੜ੍ਹਨਾ ਇੱਥੇ। ਹਾਹਾ ਜਿਹੜਾ ਹੈ ਉਹ ਹਮੇਸ਼ਾ ਕੰਨੇ ਦੇ ਵੱਲ ਜਾ ਕੇ ਇਸ਼ਾਰਾ ਕਰਦਾ। ਜਦੋਂ ਆਪਾਂ ਫਾਰਸੀ ਦੇ ਵਿੱਚ ਵੀ ਪੜ੍ਹਦੇ ਹਾਂ, ਆਪਾਂ ਓਮ ਨਮः ਸ਼ਿਵਾਏ ਪੜ੍ਹਦੇ ਹਾਂ, ਓਮ ਨਮः ਸ਼ਿਵਾਏ ਨਹੀਂ। ਉੱਥੇ ਸੰਸਕ੍ਰਿਤ ਦੇ ਵਿੱਚ ਇਹ ਜਿਹੜਾ ਹਾਹਾ ਜਿਹੜਾ ਮੁਕਤਾ ਹੈ,
ਇਹ ਕੰਨੇ ਦੇ ਵੱਲ ਜਾ ਕੇ ਇਸ਼ਾਰਾ ਕਰਦਾ ਹੈ। ਠੀਕ ਹੈ ਵੀ ਇਹਦੇ ਵਿੱਚ ਵੀ ਬਹੁਤ ਸਾਰੇ ਤਕਰਾਰਬਾਜ਼ੀ ਹੈ, ਲੇਕਿਨ ਜੋ ਸਟੱਡੀ ਦਾ ਵਿਸ਼ਾ ਹੋਵੇਗਾ ਤੇ ਉਸ ਵੇਲੇ ਇਸ ਦਾ ਪਾਠ ਹੈ ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵ ਖੰਡਣਾ। ਸਤਿਗੁਰੂ ਆਖਦੇ ਨੇ ਜੇ ਤੂੰ ਸਵਰਗ ਵਰਗੀ ਦੁਨੀਆ ਦੇ ਵਿੱਚ ਵੀ ਵਸਦਾ ਹੋਵੇਂ ਔਰ ਸਾਰੀ ਧਰਤੀ ਸਾਰੇ ਸੰਸਾਰ ਦੇ ਉੱਪਰ ਤੇਰਾ ਕਬਜ਼ਾ ਹੋਵੇ, ਸਾਰੀ ਧਰਤੀ ਨੂੰ ਤੂੰ ਜਿੱਤਿਆ ਹੋਵੇ, 9 ਖੰਡ ਜਿਹੜੇ ਨੇ ਉਹਨਾਂ ਦੇ ਉੱਪਰ ਤੇਰਾ ਕਬਜ਼ਾ ਹੋਵੇ, ਲੇਕਿਨ ਜੇ ਤੇਰੇ ਹਿਰਦੇ ਦੇ ਵਿੱਚੋਂ ਪਰਮਾਤਮਾ ਵਿਸਰ ਗਿਆ, ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਹਿੰਦੇ ਫਿਰ ਇਨਸਾਨ ਦੀ ਹਾਲਤ ਇਸ ਤਰ੍ਹਾਂ ਦੀ ਹੈ। ਵੇਖੋ ਮੈਂ ਪਹਿਲਾਂ ਹੀ ਬੇਨਤੀ ਕੀਤੀ ਵੀ ਘਰ-ਬਾਰ ਸੁੰਦਰ ਹੋਵੇ, ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਸਰੀਰ ਜਿਹੜਾ ਹੈ ਉਹ ਸਵਸਥ ਹੋਵੇ, ਤਾਕਤਵਰ ਹੋਵੇ, ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਕੱਪੜੇ ਜਿਹੜੇ ਹਨ, ਬਸਤਰ ਜਿਹੜੇ ਹਨ ਤੂੰ ਸੁੰਦਰ ਪਹਿਨੇ ਹੋਵਣ, ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਬਸ ਫਰਕ ਕੇਵਲ ਇੰਨਾ ਕੁ ਸਮਝ ਲੈਣਾ ਕਿ ਇਹ ਸਾਰਾ ਕੁਝ ਹੋਵੇ ਦਸਾਂ ਨੋਹਾਂ ਦੀ ਕਿਰਤ ਦਾ। ਇਹ ਸਾਰਾ ਕੁਝ ਕਿਸੇ ਦਾ ਖੂਨ ਪਸੀਨਾ ਚੂਸ ਕੇ ਨਾ ਬਣਿਆ ਹੋਵੇ। ਇਹ ਜਿਹੜੀ ਦਾਤ ਹੈ ਇਹ ਮਲਕ ਭਾਗੋ ਦੇ ਵਾਂਗ ਸਾਡੇ ਕੋਲ ਨਾ ਆਈ ਹੋਵੇ। ਇਹ ਦਾਤ ਜਿਹੜੀ ਹੈ ਉਸ ਅਕਾਲ ਪੁਰਖ ਪਰਮਾਤਮਾ ਜੀ ਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਹੋਵੇ। ਤੇ ਸਤਿਗੁਰੂ ਆਖਦੇ ਨੇ ਜੇ ਤੂੰ ਕਰੋੜਾਂ ਅਰਬਾਂ ਦਾ ਵੀ ਮਾਲਕ ਹੈ ਤੇ ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ। ਵੇਖੋ ਨਾ, ਐਸੇ ਵੀ ਹੋਏ ਨਾ ਟੋਡਰ ਮੱਲ ਜੀ ਵਰਗੇ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਭੇਟ ਕਰਕੇ ਖਰੀਦਿਆ ਕਿ ਬੇਨਤੀ ਕੀਤੀ ਵੀ ਇਹ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਉਹਨਾਂ ਦੀਆਂ ਦੇਹਾਂ ਮੈਨੂੰ ਦੇ ਦਿਓ। ਵੇਖੋ ਜੇ ਉਹਦੇ ਕੋਲ ਇੰਨਾ ਧਨ ਨਾ ਹੁੰਦਾ ਤੇ ਉਹ ਦੇਹਾਂ ਦੀ ਬੇਪਤੀ ਹੁੰਦੀ, ਲੇਕਿਨ ਉਸ ਗੁਰੂ ਕੇ ਪਿਆਰੇ ਨੇ ਉਸ ਜਦੋਂ ਲੋੜ ਪਈ ਤੇ ਸਾਰਾ ਧਨ ਜਿਹੜਾ ਹੈ ਉਹ ਨਿਸ਼ਾਵਰ ਕਰਕੇ ਤੇ ਇਹ ਸੇਵਾ ਜਿਹੜੀ ਹੈ ਉਹ ਆਪਣੇ ਜੀਵਨ ਦੇ ਵਿੱਚ ਨਿਭਾ ਦਿੱਤੀ, ਜੋ ਅੱਜ ਸੰਸਾਰ ਦੇ ਵਿੱਚ ਅਮਰ ਹੈ। ਸਤਿਗੁਰੂ ਆਖਦੇ ਨੇ ਸਾਰਾ ਕੁਝ ਹੈ ਤੇਰੇ ਕੋਲ, ਦਾਤ ਤੇਰੇ ਕੋਲ ਦਿੱਤੀ ਹੈ ਪ੍ਰਮਾਤਮਾ ਨੇ, ਤੇਰੇ ਕੋਲ ਧਨ ਦੀ ਕੋਈ ਕਮੀ ਨਾ ਹੋਵੇ, ਲੇਕਿਨ ਇਹ ਹੋਵੇ ਕਿੱਥੋਂ ਦਾ? ਦਸਾਂ ਨੋਹਾਂ ਦੀ ਕਿਰਤ ਦਾ, ਤੇਰੀ ਆਪਣੀ ਮਿਹਨਤ ਦੀ ਕਮਾਈ ਦਾ, ਤੇ ਫਿਰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਸਤਿਗੁਰੂ ਆਖਦੇ ਨੇ ਜੇ ਸੰਸਾਰ ਦੇ ਵਿੱਚ ਬਿਰਤੀ ਜਿਹੜੀ ਹੈ ਉਹ ਮਲਕ ਭਾਗੋ ਵਰਗੀ ਨਾ ਹੋਵੇ, ਬਿਰਤੀ ਜਿਹੜੀ ਹੈ ਉਹ ਭਾਈ ਲਾਲੋ ਵਰਗੀ ਹੋਵੇ, ਤੇ ਸਤਿਗੁਰੂ ਆਖਦੇ ਨੇ ਫਿਰ ਭਾਵੇਂ ਤੂੰ ਸੰਸਾਰ ਦੇ ਵਿੱਚ ਜੈਸੀ ਅਵਸਥਾ ਦੇ ਵਿੱਚ ਵੀ ਵਸਦਾ ਹੋਵੇਂ, ਤੇਰੇ ਤੋਂ ਵੱਡਾ ਸੰਸਾਰ ਦੇ ਵਿੱਚ ਅਮੀਰ, ਤੇਰੇ ਤੋਂ ਵੱਡਾ ਸੰਸਾਰ ਦੇ ਵਿੱਚ ਧਨਾੜ ਕੋਈ ਨਹੀਂ ਹੋ ਸਕਦਾ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜ਼ਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਐਸੀ ਵੀ ਅਵਸਥਾ ਜਿਹੜੀ ਹੈ ਜੇ ਉਹ ਆ ਜਾਂਦੀ ਹੈ ਤੇ ਉਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਉਸ ਨੂੰ ਵੀ ਹੱਸ ਕੇ ਆਪਣੇ ਜੀਵਨ ਦੇ ਵਿੱਚ ਜਰਨਾ ਹੈ। ਔਰ ਸਤਿਗੁਰਾਂ ਨੇ ਤੇ ਇੱਥੇ ਤੱਕ ਹੀ ਆਖਿਆ, ਸਤਿਗੁਰੂ ਆਖਦੇ ਨੇ ਕਿ ਕਿਤਿਆਂ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ। ਉਦੋਂ ਵੀ ਤੈਨੂੰ ਪਰਮਾਤਮਾ ਚੇਤੇ ਆਵੇ ਵੀ ਉਹਦਾ ਹੁਕਮ ਹੈ, ਮੈਂ ਇਸ ਅਵਸਥਾ ਦੇ ਵਿੱਚ ਵਸਦਾ। ਅਰਦਾਸ ਕਰ ਸਕਦੇ ਹਾਂ ਉਸ ਦੇ ਅੱਗੇ ਕਿ ਤੁਸੀਂ ਮੈਨੂੰ ਸਮਰੱਥਾ ਬਖਸ਼ਿਸ਼ ਕਰੋ, ਤਾਕਤ ਬਖਸ਼ਿਸ਼ ਕਰੋ ਕਿ ਇਸ ਅਵਸਥਾ ਦੇ ਵਿੱਚੋਂ ਮੈਂ ਬਾਹਰ ਆ ਸਕਾਂ। ਲੇਕਿਨ ਪਰਮਾਤਮਾ ਨੂੰ ਭੁੱਲ ਕੇ ਜੇ ਸਵਰਗ ਵਰਗੀ ਥਾਂ ਦੇ ਉੱਪਰ ਵੀ ਤੂੰ ਵਸਦਾ ਹੋਵੇਂ, ਸਾਰਾ ਸੰਸਾਰ ਵੀ ਤੂੰ ਜਿੱਤਿਆ ਹੋਵੇ, ਤੇ ਸਤਿਗੁਰੂ ਆਖਦੇ ਨੇ ਫਿਰ ਤੇਰੀ ਹਾਲਤ ਕਿਸ ਤਰ੍ਹਾਂ ਦੀ ਹੈ? ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਉਦਿਆਨ ਆਖਦੇ ਨੇ ਜੰਗਲ ਨੂੰ। ਐਸਾ ਇਨਸਾਨ ਮਾਨੋ ਇਸ ਤਰ੍ਹਾਂ ਦਾ ਹੈ ਜਿਵੇਂ ਉਹ ਜੰਗਲ ਦੇ ਵਿੱਚ ਭਟਕਿਆ ਹੋਵੇ ਤੇ ਉਸ ਨੂੰ ਨਾ ਆਪਣੀ ਸੁਰਤ ਹੈ ਤੇ ਨਾ ਆਪਣੇ ਰਸਤੇ ਦਾ ਪਤਾ ਹੈ। ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਬੜੇ ਰੰਗ ਤਮਾਸ਼ੇ ਲੱਗੇ ਹੋਣ ਸੰਸਾਰ ਦੇ ਅੰਦਰ, ਬੜਾ ਉਸ ਦੇ ਆਸ-ਪਾਸ ਬੜਾ ਮਨੋਰੰਜਨ ਵਰਗਾ ਮਾਹੌਲ ਹੋਵੇ, ਲੇਕਿਨ ਜੇ ਪ੍ਰਮਾਤਮਾ ਹਿਰਦੇ ਵਿੱਚੋਂ ਭੁੱਲ ਗਿਆ ਤੇ ਸਤਿਗੁਰੂ ਆਖਦੇ ਨੇ ਇਹ ਕੋੜੀ ਨਰਕ ਬਰਾਬਰ ਵਰਗਾ ਤੇਰਾ ਜੀਵਨ ਹੈ। ਔਰ ਸੱਚ ਹੈ, ਜਦੋਂ ਇਨਸਾਨ ਅਕਾਲ ਪੁਰਖ ਪਰਮਾਤਮਾ ਜੀ ਦੀ ਰਜ਼ਾ ਤੋਂ ਬਾਹਰ ਹੋ ਕੇ, ਹੁਕਮ ਤੋਂ ਬਾਹਰ ਹੋ ਕੇ ਜੀਵਨ ਜਿਉਂਦਾ ਹੈ,
ਤੇ ਇਹ ਜਿਹੜੀਆਂ ਖੁਸ਼ੀਆਂ ਨੇ, ਇਹ ਜਿਹੜੀਆਂ ਘੜੀਆਂ ਨੇ, ਬੜੀਆਂ ਸ਼ਾਰਟ, ਬੜੀਆਂ ਥੋੜੇ ਸਮੇਂ ਦੀਆਂ ਹੁੰਦੀਆਂ ਨੇ। ਸਮਾਂ ਆਉਣ ਦੇ ਉੱਪਰ ਜਦੋਂ ਰੰਗ ਦਿਸਣਾ ਸ਼ੁਰੂ ਹੁੰਦਾ ਹੈ, ਸਮਾਂ ਆਉਣ ਦੇ ਉੱਪਰ ਜਦੋਂ ਰਿਜ਼ਲਟ ਆਉਣਾ ਸ਼ੁਰੂ ਹੁੰਦਾ ਹੈ, ਤੇ ਫਿਰ ਪਤਾ ਲੱਗਦਾ ਵੀ ਜਿਹੜੀ ਅਵਸਥਾ ਹੈ ਉਹ ਕੈਸੀ ਬਣ ਗਈ ਹੈ। ਬਾਣੀ ਆਖਦੀ ਹੈ ਨਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਖਾਧਾ ਤਾਂ ਮਿੱਠਾ ਕਰਕੇ ਸੀ ਵੀ ਬੜਾ ਹੀ ਸਵਾਦ ਹੈ, ਲੇਕਿਨ ਜਦੋਂ ਉਹ ਅੰਦਰ ਜਾ ਕੇ ਅਸਰ ਕਰਦਾ ਹੈ, ਜਦੋਂ ਉਹਨੇ ਆਪਣਾ ਰੰਗ ਦਿਖਾਇਆ, ਤੇ ਸਤਿਗੁਰੂ ਆਖਦੇ ਨੇ ਉਸ ਨੇ ਅੰਦਰ ਜਾ ਕੇ ਜ਼ਹਿਰ ਪੈਦਾ ਕਰ ਦਿੱਤੀ। ਖਾਧਾ ਤਾਂ ਮਿੱਠਾ ਸਮਝ ਕੇ ਸੀ। ਔਰ ਵੇਖੋ ਨਾ, ਹੁਕਮ ਤੋਂ ਬਾਹਰ ਇਹ ਗੱਲਾਂ ਜਿਹੜੀਆਂ ਨੇ ਇਹ ਸੱਚ ਨੇ। ਗੁਰੂ ਸਾਹਿਬ ਜੀ ਨੇ ਕੋਈ ਐਵੇਂ ਥੋੜਾ ਵੀ ਜਿਹੜਾ ਜੋ ਉਹਨਾਂ ਦੇ ਮਨ ਦੇ ਵਿੱਚ ਆਇਆ, ਦਿਮਾਗ ਦੇ ਵਿੱਚ ਆਇਆ, ਲਿਖ ਦਿੱਤਾ। ਖਾਧਾ ਤਾਂ ਮਿੱਠਾ ਕਰਕੇ ਸੀ, ਲੇਕਿਨ ਸਮਝ ਆਈ ਉਦੋਂ ਜਦੋਂ ਡਾਕਟਰ ਕਹਿੰਦਾ ਵੀ ਜੇ ਤੂੰ ਹੁਣ ਮਿੱਠਾ ਖਾਧਾ ਨਾ ਤੇ ਫਿਰ ਤੇਰੀ ਮੌਤ ਹੋ ਜਾਣੀ ਹੈ, ਤੇਰੀ ਸ਼ੂਗਰ ਬਹੁਤ ਵੱਧ ਗਈ। ਸਤਿਗੁਰੂ ਆਖਦੇ ਨੇ ਇਹ ਜੀਵਨ ਦਾ ਸੱਚ ਹੈ ਕਿ ਜਦੋਂ ਤੂੰ ਹੁਕਮ ਤੋਂ ਬਾਹਰ ਹੋ ਕੇ ਆਪਣੇ ਮਨ ਦੀਆਂ ਮਰਜ਼ੀਆਂ ਦੇ ਨਾਲ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ, ਤੇ ਹੌਲੀ ਹੌਲੀ ਜਦੋਂ ਸਮਾਂ ਆਪਣਾ ਰੰਗ ਦਿਖਾਉਂਦਾ ਹੈ, ਤੇ ਉਹੀ ਜਿਹੜੀਆਂ ਘੜੀਆਂ ਨੇ ਉਹ ਜੀਵਨ ਦੇ ਵਿੱਚ ਫਾਹੀ ਬਣ ਜਾਂਦੀਆਂ ਨੇ। ਇਸ ਲਈ ਸਤਿਗੁਰੂ ਆਖਦੇ ਨੇ ਚੇਤਾ ਰੱਖ, ਤੇਰੇ ਜੀਵਨ ਦੇ ਵਿੱਚ ਇਹ ਘੜੀ ਕਦੇ ਨਾ ਆਵੇ। ਤੂੰ ਜੇ ਸੰਸਾਰ ਦੇ ਵਿੱਚ ਬੜੇ ਉੱਚੇ ਪੱਧਰ ਦਾ ਜੀਵਨ ਵੀ ਬਤੀਤ ਕਰੇ, ਤੇ ਪਰਮਾਤਮਾ ਜਿਹੜਾ ਹੈ ਉਹ ਤੈਨੂੰ ਚੇਤੇ ਰਹਿਣਾ ਚਾਹੀਦਾ। ਹਰ ਦਾਤ ਜੋ ਵੀ ਉਸ ਨੇ ਬਖਸ਼ਿਸ਼ ਕੀਤੀ ਹੈ, ਉਸ ਦਾਤ ਦੇ ਵਿੱਚੋਂ ਪਰਮਾਤਮਾ ਦਾ ਤੈਨੂੰ ਦਰਸ਼ਨ ਹੋਵੇ, ਉਸ ਨੂੰ ਵੇਖ ਕੇ ਪਰਮਾਤਮਾ ਦੀ ਤੈਨੂੰ ਯਾਦ ਆਵੇ, ਤੇ ਸਤਿਗੁਰੂ ਆਖਦੇ ਨੇ ਫਿਰ ਤੇਰਾ ਜੀਵਨ ਜਿਹੜਾ ਹੈ ਉਹ ਸਫਲਾ ਹੈ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਮੇਂ ਦੀ ਸਮਾਪਤੀ ਹੈ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਏ।